ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਪੰਜਾਬ ਦੀ ਸਿਆਸੀ ਇਸ ਵਕਤ ਹਲਚਲ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਸਿਆਸੀ ਹਲਚਲ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲ ਰਿਹਾ ਹੈ। ਦਲ ਬਦਲ ਹੁੰਦੇ ਨਜ਼ਰ ਆ ਰਹੇ ਨੇ। ਨਵੀਆਂ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਦਸਤਕ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪੁਰਾਣੇ ਚਿਹਰੇ ਜਿਹੜੇ ਨੇ ਉਹ ਆਪਣੀਆਂ ਪਾਰਟੀਆਂ ਛੱਡ ਕੇ ਦੂਜੀ ਪਾਰਟੀਆਂ ਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ। ਔਰ ਇसी ਵਿਚਾਲੇ ਕੰਵਰ ਸੰਧੂ ਦੀ ਜੇਕਰ ਗੱਲ ਕਰੀਏ, ਉਹ ਕਹਿੰਦੇ ਕਿ ਇਸ ਵਾਰ ਜਿਹੜਾ ਇਲੈਕਟਰਲ ਪੋਲੀਟਿਕਸ ਹੈ ਉਸ ਦਾ ਹਿੱਸਾ ਉਹ ਨਹੀਂ ਬਣਨਗੇ। हाँ, वैसे उन्होंने सियासत जारी रहूगी, लेकिन चोण ना लड़न का उन्होंने फैसला लिया। आखिर इस दे पीछे की रीजन है, कंवर संधू साडे नाल ने गलबात करेंगे। संधू साहब, 2017 ਦੇ ਵਿੱਚ ਖਰੜ ਹਲਕੇ की जनता ने ਤੁਹਾਨੂੰ ਪਿਆਰ ਦਿੱਤਾ, ਵਿਧਾਇਕ ਬਣਾਇਆ, ਵਿਧਾਇਕ ਬਣੇ, ਟਰਮ ਪੂਰੀ ਹੋਣ ਵੀ ਵਾਲੀ ਹੈ। ਕਿਦਾਂ ਦੇਖਦੇ ਹੋ ਅਗਲੀ ਇਲੈਕਸ਼ਨ ਨਾ ਲੜਨ ਦਾ ਫੈਸਲਾ? ਕੀ ਰੀਜ਼ਨ ਕੀ ਹੈ ਇਸ ਦਾ? विनीत, इस तरह सीगा, मैं 2017 च लोगों ने मैंने जिताया, लोगों ने मेरे च विश्वास जिताया। सो मैं अपनी पूरी जिम्मेवारी नाल एक काम किया। और हुण क्योंकि वो 5 साल पूरे हो रहे हैं, मैं अपने एक्सपीरियंस के नाल ये फैसला किया वा भी जे इस तरह की सियासत करनी है तो फिर कोई फायदा नहीं। और मैं सोचा कि इस सियासत नालों पासे हट जाना बेहतर है। किस तरह की सियासत? मायने की है इस सियासत ਦੇ? मतलब ये है कि देखो, विरोधी धिर का MLA जे है, जिवें असीं विरोधी धिर के MLA सीगे, ਉਹਦੇ ਕੋਲ कोई पावर नहीं, ਉਹਦਾ कोई रोल नहीं। बेसिक एक MLA का रोल ਹੁੰਦਾ भी ਤੁਸੀਂ ਕਾਨੂੰਨ ਬਣਾਓ, जो सिस्टम चल रहा है ਉਹਦੇ ਤੇ ਬਹਿਸ ਹੋਵੇ, डिस्कशन ਹੋਵੇ। ਉਹਦੇ ਵਾਸਤੇ ਵਿਧਾਨ ਸਭਾ ਦੀਆਂ ਸਿਟਿੰਗਸ ਬਹੁਤ ਜ਼ਰੂਰੀ ਆ। ਜੇ ਸਾਰੇ ਸਾਲ ਦੇ ਵਿੱਚ 12 ਜਾਂ 13 ਸਿਟਿੰਗਸ ਹੋਣੀਆਂ ਵਾ ਤੇ ਉੱਥੇ ਕੀ ਤੁਸੀਂ ਕਾਨੂੰਨ ਪਾਸ ਕਰ ਲੋਗੇ, ਕੀ ਤੁਸੀਂ ਆਪਣੇ ਵਿਚਾਰ ਉੱਥੇ ਪ੍ਰਗਟ ਕਰੋਗੇ, ਕੀ ਤੁਸੀਂ ਆਪਣੇ ਬਿੱਲ ਲੈ ਕੇ ਆਓਗੇ? ਇਹ ਤਾਂ ਹੁੰਦਾ ਹੀ ਨਹੀਂ ਉੱਥੇ। ਜਿੰਨੇ ਕੁ ਦਿਨ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਵਾ ਉਹਦੇ 'ਚ ਰੌਲਾ ਰੱਪਾ, ਵਾਕਆਊਟ, ਹੁੱਲੜਬਾਜੀ ਹੁੰਦੀ ਆ ਤੇ ਉਹਦੇ 'ਚ ਰੌਲਾ ਰੱਪਾ ਪਾ ਕੇ ਖਤਮ ਹੋ ਜਾਂਦਾ ਵਾ। ਸੋ ਔਰ ਹਲਕਿਆਂ ਦੇ ਵਿੱਚ ਸਾਡੇ ਕੋਲ ਕੋਈ ਪਾਵਰ ਨਹੀਂ, ਕੋਈ ਫੰਡ ਨਹੀਂ। ਜਿਵੇਂ MP ਨੂੰ ਇੱਕ MP ਲੈਡ ਫੰਡ ਮਿਲਦਾ ਵਾ, ਪੰਜਾਬ ਦੇ MLA ਨੂੰ ਇੱਕ ਪੈਸਾ ਵੀ ਫੰਡ ਨਹੀਂ ਮਿਲਦਾ। ਲੋਕਾਂ ਨੂੰ ਸ਼ਾਇਦ ਇਹ ਗਲਤ ਫਹਿਮੀ, ਲੋਕੀ ਕਹਿੰਦੇ ਜੀ ਆਪਣੇ ਫੰਡ ਦੇ ਵਿੱਚੋਂ ਪੈਸੇ ਦੇ ਦਿਓ, ਸਾਡੇ ਕੋਲ ਇੱਕ ਪੈਸਾ ਵੀ ਹੈ ਨਹੀਂ। ਔਰ ਜੋ ਸਿਸਟਮ ਹੈ ਬਣਿਆ, ਜੋ ਵਿਕਾਸ ਦੇ ਕੰਮ ਹੁੰਦੇ ਆ, ਉਹਦੇ 'ਚ ਸਾਨੂੰ ਕੋਈ ਹਿੱਸਾ ਨਹੀਂ ਬਣਾਇਆ ਜਾਂਦਾ। ਨਾ ਸਾਨੂੰ ਦੱਸਦੇ ਹੀ ਆ ਵੀ ਕਿਹੜੀ ਸੜਕ ਬਣਨੀ ਆ, ਕਦੋਂ ਬਣਨੀ ਆ, ਨਾ ਸਾਡੇ ਕਹਿਣ 'ਤੇ ਇਹੋ ਜਿਹੇ ਕੰਮ ਹੁੰਦੇ ਆ। ਹੋਰ ਤੇ ਹੋਰ ਤੁਸੀਂ ਹੈਰਾਨ ਹੋ ਗਏ ਵੀ ਜਿਹੜੇ ਕੋਈ ਰਾਸ਼ਨ ਕਾਰਡ ਆ ਜਾਂ ਨੀਲੇ ਕਾਰਡ ਆ ਜਾਂ ਕੋਈ ਹੋਰ, ਉਹ ਵੀ ਸਾਡੇ ਕਹਿਣ 'ਤੇ ਨਹੀਂ ਬਣਦੇ। ਜਿੱਥੇ ਵੀ ਰੂਲਿੰਗ ਪਾਰਟੀ ਦਾ MLA ਨਹੀਂ ਹੈ, ਉਹਨਾਂ ਦਾ MLA ਹਾਰ ਗਿਆ ਵਾ, ਉੱਥੇ ਉਹ ਹਲਕਾ ਇੰਚਾਰਜ ਲਾ ਦਿੰਦੇ ਆ। ਔਰ ਉਹ ਹਲਕਾ ਇੰਚਾਰਜ ਜਿਹੜਾ ਇੱਕ ਸੁਪਰ MLA ਵਾਂਗੂ ਕੰਮ ਕਰਦਾ। ਸੋ ਐਡਮਿਨਿਸਟ੍ਰੇਸ਼ਨ ਉਸ ਹਲਕਾ ਇੰਚਾਰਜ ਵੱਲ ਜਾਂ ਰੂਲਿੰਗ ਪਾਰਟੀ ਦੇ MLA ਵੱਲ ਵੇਂਦੀ ਆ, ਉਹੀ ਆਪਣੇ ਅਫਸਰ ਲਵਾਉਂਦੀ ਆ। ਸੋ ਇਹੋ ਜਿਹੀ ਸਿਆਸਤ ਕਰਨ ਦਾ ਕੀ ਫਾਇਦਾ? ਤੇ ਟਾਈਮ ਵੇਸਟ ਹੈ। ਔਰ ਲੋਕਾਂ ਦੀ ਉਮੀਦਾਂ ਸਾਰੀਆਂ MLA ਤੇ ਹੁੰਦੀਆਂ। ਲੇਕਿਨ ਸੰਧੂ ਸਾਹਿਬ, ਤੁਹਾਡੇ ਬਾਰੇ ਕਿਹਾ ਜਾਂਦਾ ਕਿ ਤੁਸੀਂ ਉਸ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਜਿਸ ਪਾਰਟੀ ਨੇ ਇੱਕ ਨਵੀਂ ਸਿਆਸਤ ਦਾ ਮੁੱਦਾ ਪੰਜਾਬ ਨੂੰ ਦਿੱਤਾ ਸੀ, ਜਿਹੜੇ ਕਹਿੰਦੇ ਸੀ ਨਵਾਂ ਪੰਜਾਬ ਬਣਾਵਾਂਗੇ। ਜੇਕਰ ਉਸ ਪਾਰਟੀ ਦਾ ਵਿਧਾਇਕ ਹੀ ਇਹ ਕਹਿ ਰਿਹਾ ਕਿ ਮੈਨੂੰ ਕੰਮ ਨਹੀਂ ਕਰਨ ਦਿੱਤੇ ਗਏ ਜਾਂ ਮੇਰੇ ਹਲਕਿਆਂ ਦੇ ਵਿੱਚ ਮੇਰੀ ਨਹੀਂ ਚੱਲੀ, ਹਲਕਾ ਇੰਚਾਰਜ ਦੀ ਚੱਲੀ, ਤੇ ਕਿੰਨਾ ਲੋਕ ਗੱਲ ਮੰਨ ਲੈਣਗੇ? ਮੈਨੂੰ ਤਾਂ ਇਸ ਤਰ੍ਹਾਂ ਵਾ, ਮੈਂ ਜਿਹੜੀ ਗੱਲ ਕਰ ਰਿਹਾ ਇਹ ਜੋ ਸਿਸਟਮ ਸਰਕਾਰ ਦਾ ਸਿਸਟਮ ਚੱਲਦਾ ਉਹਦੀ ਮੈਂ ਗੱਲ ਕਰ ਰਿਹਾ, ਮੈਂ ਆਪਣੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ। ਸਰਕਾਰੀ ਸਿਸਟਮ ਬਣਿਆ ਹੀ ਨਹੀਂ ਜਿਹਦੇ ਵਿੱਚ ਇੱਕ ਵਿਧਾਇਕ ਜਿਹੜਾ ਵਾ ਉਹਦੀ ਐਮਪਾਵਰਮੈਂਟ ਹੋਵੇ, ਉਹ ਆਪਣੇ ਲੋਕਾਂ ਦੇ ਕੰਮ ਕਰਵਾ ਸਕੇ, ਉਹ ਮਸਲੇ ਚੁੱਕ ਸਕੇ ਔਰ ਜੋ ਸਹੀ ਚੀਜ਼ ਆ ਉਹਨੂੰ ਅੱਗੇ ਲੈ ਕੇ ਜਾ ਸਕੇ। ਤੁਸੀਂ ਪਾਰਟੀ ਦੀ ਗੱਲ ਕੀਤੀ ਆ, ਪਾਰਟੀ ਜਿਹੜੀ ਆ ਉਹਦੇ ਤੋਂ ਵੀ ਮੈਂ ਬਹੁਤ ਨਿਰਾਸ਼ ਹਾਂ। ਆਈ ਐਮ ਡਿਸਗਸਟਡ। ਜੇ ਇੱਦਾਂ ਦੀ ਝੂਠ ਬੋਲ ਕੇ ਸਿਆਸਤ ਕਰਨੀ ਹੈ ਫਿਰ ਕੀ ਫਾਇਦਾ? ਇਹ ਪਾਰਟੀ ਜਿਹੜੀ ਆ, ਕਿਉਂਕਿ ਅਸੀਂ ਸੋਚਿਆ ਵੀ ਜਿਵੇਂ ਪਾਰਟੀ ਹਾਰ ਗਈ ਉਸ ਤੋਂ ਬਾਅਦ ਸਾਨੂੰ ਚਿੰਤਨ ਕਰਨ ਦੀ ਲੋੜ ਹੈ, ਚਿੰਤਨ ਨਹੀਂ ਕੀਤਾ। ਔਰ ਉਸ ਪਾਰਟੀ ਨੂੰ ਅਸੀਂ ਕਹਿੰਦੇ ਰਹੇ ਕਿ ਪੰਜਾਬ ਦੀ ਯੂਨਿਟ ਨੂੰ ਸਟਰੈਂਥਨ ਕਰੋ, ਇਹ ਸਿਸਟਮ ਬਣਨਾ ਚਾਹੀਦਾ ਵਾ ਪਾਰਟੀ ਦਾ, ਅੰਦਰੂਨੀ ਡੈਮੋਕ੍ਰੇਸੀ ਲੈ ਕੇ ਆਈਏ। ਔਰ ਉਹਦਾ ਮਕਸਦ ਉਹਦਾ ਰਿਜ਼ਲਟ ਇਹ ਹੋਇਆ ਕਿ ਸਾਡੇ ਵਰਗੇ ਬੰਦੇ ਜਿਹੜੇ ਇਹ ਚੀਜ਼ ਕਹਿੰਦੇ ਸੀ ਉਹਨਾਂ ਨੂੰ ਸਸਪੈਂਡ ਕਰਤਾ। ਪਿਛਲੇ 4 ਸਾਲ ਤੋਂ ਮੈਂ ਸਸਪੈਂਡ ਹੋਇਆ ਵਾਂ। ਸੋ ਪਾਰਟੀ ਨੇ ਤਾਂ ਮੈਨੂੰ ਮੇਰੇ ਤੋਂ ਅੱਗੇ ਕਿਨਾਰਾ ਕੀਤਾ ਵਾ, ਔਰ ਨਾ ਹੀ ਮੈਨੂੰ ਵਿਧਾਨ ਸਭਾ ਦੇ ਵਿੱਚ ਉਹ ਟਾਈਮ ਦਿੰਦੇ ਆ ਬੋਲਣ ਦਾ। ਸੋ ਉਸ ਪਾਰਟੀ ਨਾਲੋਂ ਤਾਂ ਮੈਂ ਅੱਗੇ ਹੀ ਟੁੱਟਿਆ ਵਾਂ। ਔਰ ਇਸ ਐਕਸਪੀਰੀਅੰਸ ਦੇ ਨਾਲ ਮੈਂ ਨਹੀਂ ਚਾਹੁੰਦਾ ਕਿ ਉਸ ਪਾਰਟੀ ਨਾਲ ਮੇਰਾ ਕੁਝ ਲੈਣਾ ਦੇਣਾ ਵੀ ਹੋਵੇ। ਜੋ ਪਾਰਟੀ ਵੈਸੇ ਤਾਂ ਮੇਰਾ ਨਹੀਂ ਖਿਆਲ ਹੁੰਦਾ ਮੈਨੂੰ ਟਿਕਟ ਵੀ ਦੇਣੀ ਆ, ਪਰ ਜੇ ਦੇਣ ਵੀ ਤਾਂ ਮੈਂ ਉਸ ਪਾਰਟੀ ਦੀ ਟਿਕਟ ਵੀ ਨਹੀਂ ਲੈਣਾ ਚਾਹੂੰਗਾ। ਉਹਨਾਂ ਨੇ ਕਲੀਅਰ ਕਰਤਾ ਅਨਮੋਲ ਗਗਨ ਮਾਨ ਨੂੰ ਹਲਕਾ ਇੰਚਾਰਜ ਬਣਾਤਾ ਤੁਹਾਡੇ ਏਰੀਆ ਦੇ ਵਿੱਚ। ਬਹੁਤ ਸ਼ੁਭ ਸ਼ਾਮਾਂ ਉਹਨਾਂ ਲੋਕਾਂ ਨੂੰ। ਨਵੇਂ ਬੰਦੇ ਆਏ, ਉਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਗਾ ਵੀ ਪਾਰਟੀ ਕਿਵੇਂ ਚੱਲਦੀ ਆ, ਲੇਕਿਨ ਮੈਂ ਇੰਟਰਸਟਿਡ ਹੀ ਨਹੀਂ ਗਾ। ਔਰ ਮੈਂ ਆਲਮੋਸਟ ਕਰੀਬ 1 ਸਾਲ ਤੋਂ ਕਹਿ ਰਿਹਾ ਵਾਂ ਕਿ ਮੈਂ ਇਸ ਪਾਰਟੀ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਔਰ ਨਾ ਹੀ ਮੈਂ ਇਸ ਪਾਰਟੀ ਦੀ ਟਿਕਟ ਦੇ ਉੱਤੇ ਲੜਨਾ ਚਾਹੁੰਦਾ। ਪਰ ਸੰਧੂ ਸਾਹਿਬ ਉਹ ਕਹਿੰਦੇ ਨੇ ਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲਗਾਤਾਰ ਅੰਜਾਮ ਦਿੰਦੇ ਰਹੇ,
ਇਸ ਕਰਕੇ ਤੁਹਾਨੂੰ ਸਸਪੈਂਡ ਕਰਨਾ ਪਿਆ। ਤੁਸੀਂ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਤੋਂ ਹਟਾਇਆ, ਤੁਸੀਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਜਾ ਕੇ ਖੜੇ ਹੋ ਗਏ, ਤੁਸੀਂ ਪਾਰਟੀ ਨਾਲ ਨਹੀਂ ਖੜੇ। ਇਸ ਤਰ੍ਹਾਂ ਦੇ ਐਲੀਗੇਸ਼ਨ ਤੁਹਾਡੇ ਤੇ ਬਹੁਤ ਲਾਏ ਨੇ ਉਹਨਾਂ ਨੇ। ਲਾਈ ਜਾਣ ਜੀ ਐਲੀਗੇਸ਼ਨ, ਉਹਨਾਂ ਨੂੰ ਵੀ ਪਤਾ ਵਾ ਕਿ ਅਸੀਂ ਝੂਠ ਬੋਲ ਰਹੇ ਹਾਂ। ਸਾਡੇ ਜਿਹੜੇ ਬੰਦੇ ਸੁਖਪਾਲ ਸਿੰਘ ਖਹਿਰਾ ਨਾਲ ਬਾਕੀ ਆਏ ਸੀਗੇ, ਉਹਨਾਂ 'ਚੋਂ 2-3 ਤਾਂ ਉਹਨਾਂ 'ਚ ਵਾਪਸ ਚਲੇ ਗਏ ਆ ਕਿ ਉਹਨਾਂ ਦੀਆਂ ਪਾਰਟੀ ਦੇ ਖਿਲਾਫ ਗਤੀਵਿਧੀਆਂ ਨਹੀਂ ਸੀ। ਉਹਨਾਂ 'ਚੋਂ ਇੱਕ ਬੰਦਾ ਜਿਹੜਾ ਵਾ ਉਹ ਤਾਂ ਇਲੈਕਸ਼ਨ ਲੜਿਆ ਇੱਕ ਨਵੀਂ ਪਾਰਟੀ ਬਣਾ ਕੇ। ਮੈਂ ਕੋਈ ਇਲੈਕਸ਼ਨ ਤਾਂ ਨਹੀਂ ਲੜਿਆ, ਇੱਕ ਨਵੀਂ ਪਾਰਟੀ ਬਣਾ ਕੇ ਇਲੈਕਸ਼ਨ ਲੜਿਆ, ਉਹਨੂੰ ਵੀ ਵਾਪਸ ਲੈ ਲਿਆ ਉਹਨਾਂ ਨੇ। ਇਹ ਪਾਰਟੀ ਦਾ ਕੀ ਇਹਨਾਂ ਦਾ ਕੋਈ ਸਟੈਂਡ ਹੈ ਵਾ ਕੋਈ? ਸੋ ਇਹ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਅਸੀਂ ਤਾਂ ਸਿਆਸਤ ਬਦਲਣ ਆਏ ਸੀਗੇ, ਮੈਨੂੰ ਲੱਗਦਾ ਵਾ ਵੀ ਇਸ ਪਾਰਟੀ ਨੂੰ ਸੀਰੀਅਸਲੀ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ, ਆਮ ਆਦਮੀ ਪਾਰਟੀ ਨੂੰ। ਲੇਕਿਨ ਉਹ ਕਹਿੰਦੇ ਅਸੀਂ ਤਾਂ ਸਿਆਸਤ ਹੀ ਬਦਲ ਕੇ ਰੱਖ ਦਾਂਗੇ, ਆਮ ਆਦਮੀ ਦੀ ਸਰਕਾਰ ਬਣਾਵਾਂਗੇ, ਆਮ ਆਦਮੀ ਲਈ ਸਰਕਾਰ ਬਣਾਵਾਂਗੇ। ਅਰਵਿੰਦ ਕੇਜਰੀਵਾਲ ਆ ਰਹੇ ਨੇ, ਮਨੀਸ਼ ਸਿਸੋਡੀਆ ਆ ਰਹੇ ਨੇ, ਲਗਾਤਾਰ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ, ਲੋਕਾਂ ਨੂੰ ਗਰੰਟੀਆਂ ਤੇ ਗਰੰਟੀਆਂ ਦੇ ਰਹੇ ਨੇ। ਉਹ ਕਹਿੰਦੇ ਨਵਾਂ ਪੰਜਾਬ ਬਣਾ ਕੇ ਰਵਾਂਗੇ। ਦੇਖੋ ਇਸ ਤਰ੍ਹਾਂ ਵਾ, ਇੱਥੇ ਬੜੇ ਬੜੇ ਨਵੇਂ ਪੰਜਾਬ ਬਣਾਉਣ ਆਏ, ਬੜੇ ਬੜੇ ਪੰਜਾਬ ਨੂੰ ਬਦਲਣ ਆਏ, ਔਰ ਉਹ ਆਪ ਹੀ ਬਦਲ ਕੇ ਚਲੇ ਗਏ ਇੱਥੋਂ। ਸੋ ਇਹਨਾਂ ਨੂੰ ਥੋੜ੍ਹਾ ਜਿਹਾ ਆਪਣੀ ਜ਼ੁਬਾਨ ਦੇ ਉੱਤੇ ਲਗਾਮ ਕੱਸਣਾ ਚਾਹੀਦਾ ਵਾ। ਇਹੋ ਜਿਹੀਆਂ ਗੱਲਾਂ ਕਰਨੀਆਂ, ਪੰਜਾਬ ਜਿਹੜਾ ਵਾ ਇਹ ਠੀਕ ਹੈ ਹਿੰਦੁਸਤਾਨ ਦਾ ਹਿੱਸਾ ਵਾ, ਔਰ ਪਰ ਪੰਜਾਬ ਜਿਹੜਾ ਵਾ ਉਹ ਆਪਣੀ ਗੱਲ ਜਿਹੜਾ ਵਾ ਆਪਣੇ ਤਰੀਕੇ ਨਾਲ ਕਰਦਾ ਵਾ। ਪੰਜਾਬ ਜਿਹੜਾ ਵਾ ਇਹ ਬਾਹਰੋਂ ਆ ਕੇ ਕੋਈ ਪੰਜਾਬ ਨੂੰ ਨਹੀਂ ਚਲਾ ਸਕਦਾ। ਔਰ ਮੈਂ ਜਿਵੇਂ ਅੱਗੇ ਦੱਸਿਆ ਵੀ ਇੱਥੇ ਜਿਹੜੇ ਬਦਲਣ ਆਏ ਸੀ ਉਹ ਆਪ ਹੀ ਬਦਲ ਕੇ ਚਲੇ ਗਏ। ਔਰ ਮੈਨੂੰ ਲੱਗਦਾ ਵਾ ਕਿ ਇਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਕਿ ਪੰਜਾਬ ਹੈ ਕੀ। ਇਹ ਤਾਂ ਪੰਜਾਬ ਦੇ ਵਿੱਚ ਪਾੜੇ ਪਾਉਣ ਆਏ ਆ, ਲੜਾਈ ਪਾਉਣ ਆਏ, ਲੋਕਾਂ ਦੇ ਵਿੱਚ ਕਾਸਟ ਵਾਰ ਕ੍ਰੀਏਟ ਕਰਨ ਆਏ ਆ। ਮੈਂ ਤਾਂ ਵਿੱਚ ਰਹਿ ਕੇ ਵੇਖਿਆ ਨਾ। ਸੋ ਇਹਨਾਂ ਨੇ ਕੀ ਇੱਥੇ ਕਰਨਾ ਵਾ? ਮੇਰਾ ਖਿਆਲ ਉਹਨਾਂ ਦੀ ਇੰਟੈਂਸ਼ਨ ਹੀ ਸਹੀ ਨਹੀਂ। ਜੇ ਇੰਟੈਂਸ਼ਨ ਸਹੀ ਹੋਵੇ ਤਾਂ ਪੰਜਾਬ ਦੀ ਲੀਡਰਸ਼ਿਪ ਨੂੰ ਇੰਪਾਵਰ ਕਰਨ। ਪੰਜਾਬ ਦੀ ਲੀਡਰਸ਼ਿਪ ਕਿੱਥੇ ਆ? ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਉੱਥੇ ਬਹੁਤੇ ਲੀਡਰ ਜਿਹੜੇ ਆ, ਜਦੋਂ ਅਰਵਿੰਦ ਕੇਜਰੀਵਾਲ ਆਉਂਦੇ ਆ, ਦਿੱਲੀ ਵਾਲੇ ਲੀਡਰ ਆਉਂਦੇ ਇੱਥੇ, ਰਾਘਵ ਚੱਡਾ ਜਾਂ 1-2 ਹੋਰ ਆਉਂਦੇ ਜਿਹੜੇ, ਇਹ ਤਾਂ ਵਿਚਾਰੇ ਘੁੱਗੀਆਂ ਬਣ ਕੇ ਬੈਠੇ ਹੁੰਦੇ ਉੱਥੇ। ਸੋ ਜਿਹੜੇ ਬੰਦੇ ਇਹ ਘੁੱਗੀਆਂ ਨਹੀਂ ਬਣਨਾ ਚਾਹੁੰਦੇ, ਉਹਨਾਂ ਨੂੰ ਉਹ ਸੋਚਦੇ ਆ ਪਾਰਟੀ ਦੇ ਖਿਲਾਫ ਗਤੀਵਿਧੀਆਂ ਵਾ। ਸੋ ਇਹ ਹੋ ਰਿਹਾ ਇੱਥੇ, ਔਰ ਇਹੋ ਹੀ ਹੁੰਦਾ ਰਿਹਾ। ਔਰ ਮੈਂ ਹੈਰਾਨ ਹਾਂ ਕਿ ਜਿਹੜੇ ਸਾਰੇ ਪੰਜਾਬ ਦੇ ਮੇਰੇ ਸਾਥੀ ਆ ਪਾਰਟੀ ਦੇ, ਉਹ ਇਹ ਸਭ ਕੁਝ ਟੋਲਰੇਟ ਕਰ ਰਹੇ ਆ। ਕਿਸੇ ਦਿਨ ਨੂੰ ਉਹ ਵੀ ਪਛਤਾਉਣਗੇ ਔਰ ਉਹ ਕਹਿਣਗੇ ਕਿ ਅਸੀਂ ਜੇ ਕਿਤੇ ਉਦੋਂ ਸ਼ਾਇਦ ਕੰਵਰ ਸੰਧੂ ਦੀ ਗੱਲ ਮੰਨ ਲਈ ਹੁੰਦੀ ਤੇ ਸ਼ਾਇਦ ਬਿਹਤਰ ਹੁੰਦਾ। ਸਾਡੇ 'ਚ ਯੂਨਿਟੀ ਦੀ ਕਮੀ ਸੀ, ਔਰ ਯੂਨਿਟੀ ਦੀ ਕਮੀ ਦਾ ਹੀ ਦਿੱਲੀ ਦੀ ਲੀਡਰਸ਼ਿਪ ਨੇ ਫਾਇਦਾ ਉਠਾਇਆ, ਔਰ ਹੁਣ ਵੀ ਉਠਾ ਰਹੇ ਆ। ਸਾਹਿਬ ਇੱਕ ਸਵਾਲ ਆਉਂਦਾ ਹੈ, ਜਿਹੜੇ ਵੀ ਬਾਹਰ ਤੋਂ ਯਾਨੀ ਦੂਜੀ ਫੀਲਡਾਂ ਤੋਂ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਨੇ ਨਾ, ਉਹ ਕਹਿੰਦੇ ਨੇ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ। ਤੁਸੀਂ ਵੀ ਪੱਤਰਕਾਰਿਤਾ ਤੋਂ ਰਾਜਨੀਤੀ ਦੇ ਵਿੱਚ ਐਂਟਰ ਕੀਤੇ, ਲੱਗਦਾ ਤੁਹਾਨੂੰ ਸਿਸਟਮ ਦੇ ਵਿੱਚ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ ਸਿਸਟਮ ਦੇ ਵਿੱਚ ਰਹਿ ਕੇ, ਜਾਂ ਫਿਰ ਸਿਸਟਮ ਤੁਹਾਨੂੰ ਹੀ ਬਦਲ ਦਿੰਦਾ? ਨਹੀਂ, ਦੇਖੋ ਸਿਸਟਮ ਬਥੇਰੇ ਨੂੰ ਬਦਲ ਦਿੰਦਾ। ਮੈਂ ਤਾਂ ਖੈਰ ਨਹੀਂ ਬਦਲਿਆ। ਮੈਂ ਤਾਂ ਜਿੱਥੇ ਵੀ ਗਿਆ ਆਪਣੇ ਤਰੀਕੇ ਨਾਲ ਹੀ ਕੰਮ ਕੀਤਾ। ਠੀਕ ਹੈ, ਸਿਸਟਮ ਦਾ ਹਿੱਸਾ ਬਣ ਕੇ ਕੰਮ ਕੀਤਾ। ਲੇਕਿਨ ਇਹ ਜਿਹੜੇ ਬਾਹਰੋਂ ਆਉਂਦੇ ਆ, ਖਾਸ ਕਰਕੇ ਜਿਹੜੇ ਪੱਤਰਕਾਰੀ 'ਚੋਂ ਆਉਂਦੇ ਆ, ਉਹ ਇਹੋ ਜਿਹੀ ਪਾਰਟੀ ਦੇ ਵਿੱਚ ਟਿਕ ਨਹੀਂ ਸਕਦੇ। ਔਰ ਇਸੇ ਕਰਕੇ ਤੁਸੀਂ ਵੇਖਿਆ ਵੀ ਜਿੰਨੇ ਮੇਰੇ ਸਾਥੀ ਇਸ ਪਾਰਟੀ 'ਚ ਆਏ, ਆਲਮੋਸਟ ਸਾਰੇ, ਭਾਵੇਂ ਉਹ ਆਸ਼ੂਤੋਸ਼ ਸੀਗੇ ਜਾਂ ਹੋਰ ਕੋਈ ਸੀਗੇ, ਹੌਲੀ ਹੌਲੀ ਕਿੱਧਰ ਗਏ? ਉਹ ਅੱਜ ਪਾਰਟੀ ਦਾ ਹਿੱਸਾ ਹਨ। ਉਹ ਜਿਹੜੇ ਆਪਣੀ ਫੀਲਡਸ ਦੇ ਵਿੱਚ ਮਾਹਰ ਸੀਗੇ, ਭਾਵੇਂ ਕੋਈ ਵਕੀਲ ਸੀਗਾ ਜਾਂ ਭਾਵੇਂ ਕੋਈ ਕਵੀ ਸੀ ਜਾਂ ਕੋਈ ਪੋਇਟ ਸੀ, ਉਹ ਕਿੱਧਰ ਗਏ ਅੱਜ? ਜਾਂ ਕੋਈ ਕਲਾਕਾਰ ਸੀਗੇ। ਇੱਕੋ ਹੀ ਕਲਾਕਾਰ ਬਚਿਆ ਵਾ, ਔਰ ਮੈਂ ਸੁਣਿਆ ਵਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਿ ਉਹ ਵੀ ਮੇਰੇ ਖਿਆਲ ਕਾਫੀ ਉੱਥੇ ਕਾਫੀ ਸਫੋਕੇਟਡ ਜਿਹਾ ਫੀਲ ਕਰ ਰਹੇ ਆ। ਪਰ ਦੇਖਾਂਗੇ, ਸ਼ਾਇਦ ਉਹ ਇਹਨਾਂ ਦੇ ਨਾਲ ਚੱਲਦੇ ਆ ਕਿ ਆਪਣੀ ਜ਼ਮੀਰ ਦੀ ਆਵਾਜ਼ ਨਾ ਚੱਲਦੇ। ਤੁਸੀਂ ਚਲੋ ਨਾਂ ਨਹੀਂ ਲੈਂਦੇ, ਮੈਂ ਨਾਂ ਲੈ ਲੈਣਾ ਭਗਵੰਤ ਮਾਨ ਦਾ, ਕਿਉਂਕਿ ਅੱਜ ਕੱਲ੍ਹ ਸਾਰੀਆਂ ਸਟੇਜਾਂ ਦੇ ਉੱਪਰ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਖੜੇ ਨਜ਼ਰ ਆ ਰਹੇ ਨੇ। ਖੜੇ ਨਜ਼ਰ ਆ ਰਹੇ ਆ ਜੀ, ਪਰ ਉਹਨਾਂ ਦੀ ਦਿਲ ਦੀ ਗੱਲ ਵੀ ਕਦੀ ਪੁੱਛ ਲਿਓ ਕੋਈ ਵੀ ਉਹ ਕੀ ਫੀਲ ਕਰਦੇ ਆ। ਯਾਨੀ ਸਫੋਕੇਸ਼ਨ ਇੰਨੀ ਹੈ ਕਿ ਉਹ ਵੀ ਪਾਰਟੀ ਛੱਡ ਸਕਦੇ ਨੇ? ਪਤਾ ਨਹੀਂ, ਇਹ ਤੇ ਹੁਣ ਉਹਨਾਂ ਦਾ ਫੈਸਲਾ ਵਾ, ਉਹਨਾਂ ਦਾ ਫੈਸਲਾ ਵਾ। ਦੇਖੋ, ਭਗਵੰਤ ਮਾਨ ਦੀ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਜਦੋਂ ਪਿਛਲੀ 2017 ਦੀ ਇਲੈਕਸ਼ਨ ਲੜੀ ਆ, ਉਦੋਂ ਵੀ ਉਹਨਾਂ ਨੇ ਵੀ ਸਾਡੀ ਪਾਰਟੀ ਦਾ ਬਹੁਤ ਸਾਥ ਦਿੱਤਾ, ਸਾਡਾ ਵੀ ਸਾਥ ਦਿੱਤਾ। ਮੈਂ ਉਹਨਾਂ ਦਾ ਰਿਣੀ ਆ, ਮੈਂ ਅਹਿਸਾਨ ਫਰਮੋਸ਼ ਇਨਸਾਨ ਨਹੀਂ ਗਾ। ਲੇਕਿਨ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਪੁੱਛਣ ਕਿ ਮੈਂ ਜੋ ਕਰਦਾ ਰਿਹਾ ਵਾਂ ਕਿ ਮੇਰੀ ਵਾਕਈ ਜ਼ਮੀਰ ਦੀ ਆਵਾਜ਼ ਹੈ, ਇਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਵਾ। ਸੋ ਇਹ ਉਹਨਾਂ ਵਾਸਤੇ ਜਵਾਬ ਦੇਣਾ ਚਾਹੀਦਾ, ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਮੈਂ ਉਹਦੇ ਵਾਸਤੇ ਕਿਉਂ ਜਵਾਬ ਦੇਵਾਂ? ਕਾਲੇ ਗੋਰੇ ਦੀ ਰਾਜਨੀਤੀ ਪਿਛਲੇ ਕਾਫੀ ਦਿਨਾਂ ਤੋਂ ਵੇਖਣ ਨੂੰ ਮਿਲ ਰਹੀ ਹੈ। ਇੱਕ ਬਿਆਨ ਚੱਲ ਰਿਹਾ ਕਾਲੇ ਗੋਰੇ ਨੂੰ ਲੈ ਕੇ, ਚਰਨਜੀਤ ਸਿੰਘ ਚੰਨੀ ਬਿਆਨ ਦਿੰਦੇ ਨੇ, ਆਮ ਆਦਮੀ ਪਾਰਟੀ ਉਸ 'ਤੇ ਪਲਟਵਾਰ ਕਰਦੀ ਹੈ। ਕਿੱਦਾਂ ਦੇਖਦੇ ਹੋ ਇਸ ਤਰ੍ਹਾਂ ਦੀ ਸਿਆਸਤ ਨੂੰ? ਕਿਉਂਕਿ ਤੁਹਾਡਾ ਤਾਂ ਪੱਤਰਕਾਰਿਤਾ ਦੇ ਵਿੱਚ ਵੀ ਕਾਫੀ ਵੱਡਾ ਅਨੁਭਵ ਰਿਹਾ, ਔਰ ਪੰਜਾਬ ਦੀ ਪੋਲੀਟਿਕਸ ਤੁਸੀਂ ਕਵਰ ਵੀ ਕਰਦੇ ਰਹੇ ਹੋ, ਤਾਂ ਇਸ ਤਰ੍ਹਾਂ ਦੀ ਪੋਲੀਟਿਕਸ ਪਹਿਲਾਂ ਹੋਈ ਹੈ? ਨਹੀਂ, ਚਲੋ ਪਰਸਨਲ ਬਿਆਨਬਾਜ਼ੀ ਪਹਿਲਾਂ ਵੀ ਹੁੰਦੀ ਰਹੀ ਆ। ਇਹ ਐਕਚੁਅਲੀ ਮੈਂ ਹੀ ਪਹਿਲਾਂ ਟਰਮ ਯੂਜ਼ ਕੀਤੀ ਸੀ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ 'ਚ ਕਰ ਰਹੀ ਹੈ ਆਪਣਾ ਕੰਮ,
ਕੰਮ ਐਂ ਲੱਗਦਾ ਵੀ ਜਿਵੇਂ ਈਸਟ ਇੰਡੀਆ ਕੰਪਨੀ ਜਿਵੇਂ ਆਈ ਸੀ ਅੰਗਰੇਜ਼ਾਂ ਤੋਂ ਵੀ ਪਹਿਲਾਂ, ਅੰਗਰੇਜ਼ੀ ਰਾਜ ਤੋਂ ਵੀ ਪਹਿਲਾਂ ਆਈ ਸੀਗੀ, ਉਸ ਤਰ੍ਹਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਆ। ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ, ਉਹ ਸ਼ਾਇਦ ਪ੍ਰੋਪਰਲੀ ਇਹਨਾਂ ਨੂੰ ਸਮਝੇ ਨਹੀਂ। ਮੈਂ ਤਾਂ ਵਿੱਚ ਰਿਹਾ ਨਾ ਇਹਨਾਂ ਦੇ, ਉਹ ਸ਼ਾਇਦ ਸਮਝੇ ਨਹੀਂ, ਔਰ ਉਹਨਾਂ ਨੇ ਜੋ ਕਮੈਂਟ ਕੀਤਾ ਵੀ ਇਹ ਕਾਲੇ ਅੰਗਰੇਜ਼ ਆ, ਉਹਨੂੰ ਲਿਟਰਲੀ ਕਿਹਾ ਗਿਆ ਜੀ ਸਾਡੇ ਸ਼ਾਇਦ ਰੰਗ ਦਾ, ਮੂੰਹ ਦਾ ਰੰਗ ਜਿਹੜਾ ਵਾ, ਚਿਹਰੇ ਦਾ ਰੰਗ ਜਿਹੜਾ, ਉਹਦੇ 'ਤੇ ਸਾਡੇ 'ਤੇ ਕਿਸੇ ਨੇ ਮਖੌਲ ਕੀਤਾ ਜਾਂ ਟਿੱਪਣੀ ਕੀਤੀ ਆ। ਮੇਰਾ ਨਹੀਂ ਖਿਆਲ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਸਮਝ ਸਕੇ ਆ। ਰੰਗ ਦੇ ਕਾਲੇ ਤੇ ਇਹ ਤੇ ਪ੍ਰਮਾਤਮਾ ਦੀ ਦੇਣ ਹੁੰਦੀ ਹੈ, ਕੋਈ ਵੀ ਹੋ ਸਕਦਾ ਵਾ, ਤੁਸੀਂ ਮੈਂ ਵੀ ਹੋ ਸਕਦੇ ਆ। ਲੇਕਿਨ ਬਹੁਤ ਸਾਰੇ ਜਿਹੜੇ ਦਿੱਲੀਓਂ ਸਾਡੇ ਤੇ ਆਪਣੇ ਆਪ ਨੂੰ ਸਾਡੇ ਤੇ ਰਾਜ ਕਰਨਾ ਚਾਹੁੰਦੇ ਆ, ਇਹ ਦਿਲ ਦੇ ਕਾਲੇ ਆ। ਕੌਣ ਸ਼ਾਮਲ ਹੈ? ਨਹੀਂ, ਨਾਂ ਨਹੀਂ ਮੈਂ ਲੈਂਦਾ ਹੁੰਦਾ, ਲੇਕਿਨ ਇਹ ਦਿਲ ਦੇ ਕਾਲੇ, ਔਰ ਉਹਨਾਂ ਨੂੰ ਵੀ ਪਤਾ ਵਾ ਵੀ ਅਸੀਂ ਜੋ ਕਹਿ ਰਹੇ ਹਾਂ ਇਹ ਸੱਚ ਦੀ ਰਾਜਨੀਤੀ ਨਹੀਂ। ਇਹ ਸੱਚ ਦੀ ਰਾਜਨੀਤੀ ਨੇ, ਲੇਕਿਨ ਜਿਹੜੀ ਜਨਤਾ ਨੂੰ ਸਬਜ਼ ਬਾਗ ਵਿਖਾਏ ਜਾ ਰਹੇ ਨੇ ਸੰਧੂ ਸਾਹਿਬ, ਜਿਸ ਢੰਗ ਦੀਆਂ ਗੱਲਾਂ ਹੋ ਰਹੀਆਂ ਨੇ, ਆਹ ਦੇ ਦਿਆਂਗੇ, ਉਹ ਦੇ ਦਿਆਂਗੇ, ਬਿਜਲੀ ਮੁਫਤ ਹੋ ਜੂਗੀ, ਪਾਣੀ ਮੁਫਤ ਹੋ ਜੂਗਾ, ਹੋਰ ਕਈ ਚੀਜ਼ਾਂ ਹੋ ਜਾਣਗੀਆਂ, ਵਾਕਿਆ ਮੁਮਕਿਨ ਹੈ ਇਸ ਕ੍ਰਾਈਸਿਸ ਦੇ ਵਿੱਚ? ਇਹ ਪੰਜਾਬ ਨੂੰ ਬਰਬਾਦ ਕਰਨ ਦੀ ਇੱਕ ਸਾਜ਼ਿਸ਼ ਹੈ। ਬਿਆਨ ਮੁਫਤ ਇਹੋ ਜਿਹੀ ਬਿਆਨਬਾਜ਼ੀ ਕਰਕੇ ਅਸੀਂ ਆਹ ਦੇ ਦਿਆਂਗੇ, ਉਹ ਦੇ ਦਿਆਂਗੇ, ਆਹ ਕੁਝ ਫ੍ਰੀ ਦੇ ਦਿਆਂਗੇ। ਲੋਕੀ ਫ੍ਰੀ ਨਹੀਂ ਚਾਹੁੰਦੇ, ਲੋਕੀ ਇੱਕ ਚੰਗਾ ਸਿਸਟਮ ਚਾਹੁੰਦੇ ਆ। ਸੋ ਇਹ ਸਭ ਕੁਝ ਅਨਾਊਂਸ ਕਰਕੇ, ਔਰ ਇਹ ਵੀ ਇੱਕ ਕਾਰਨ ਆ ਵੀ ਮੈਂ ਇਸ ਸਿਸਟਮ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਕੱਲ੍ਹ ਨੂੰ ਜਦੋਂ ਪੰਜਾਬ ਕੰਗਾਲ ਹੋ ਗਿਆ ਜਾਂ ਜਦੋਂ ਪੰਜਾਬ ਦੀ ਹੋਰ ਬੁਰੀ ਹਾਲਤ ਹੋ ਗਈ, ਤੇ ਜਦੋਂ ਇਤਿਹਾਸ ਲਿਖਿਆ ਜਾਊਗਾ ਉਹਦੇ 'ਚ ਨਾਂ ਲਿਖੇ ਜਾਣੇ ਨਾ ਸਾਰਿਆਂ ਦੇ ਵੀ ਇਹਨੇ ਆਹ ਇਸ ਤਰ੍ਹਾਂ ਕੰਟਰੀਬਿਊਟ ਕੀਤਾ, ਇਹਨੇ ਆਹ ਕੰਟਰੀਬਿਊਟ ਕੀਤਾ। ਸੋ ਐਟਲੀਸਟ ਮੈਂ ਨਹੀਂ ਚਾਹੁੰਦਾ ਕਿ ਮੈਂ ਇਸ ਪੰਜਾਬ ਦੀ ਜਿਹੜੀ ਕੰਗਾਲੀ ਵਾਲੀ ਹਾਲਤ ਬਣ ਰਹੀ ਆ ਉਹਦਾ ਮੈਂ ਹਿੱਸਾ ਹੋਵਾਂ। ਤੇ ਅੱਗੇ ਕੀ ਸੋਚਿਆ ਹੈ? ਰਾਜਨੀਤੀ ਦੇ ਵਿੱਚ ਸਕਰੀਆ ਰਹੋਗੇ? ਇਲੈਕਟਰਲ ਪੋਲਿਟਿਕਸ ਤੁਸੀਂ ਛੱਡ ਰਹੇ ਹੋ, ਅਗਲਾ ਚੋਣ ਨਹੀਂ ਲੜ ਰਹੇ? ਦੋ ਤਿੰਨ ਚੀਜ਼ਾਂ ਬੜੀਆਂ ਕਲੀਅਰ ਆ ਵਨੀਤ। ਇੱਕ ਤੇ ਮੈਂ ਆਮ ਆਦਮੀ ਪਾਰਟੀ ਜਿਹੜੀ ਹੈ, ਜਿਸ ਤਰ੍ਹਾਂ ਉਹਦੀ ਕਾਰਗੁਜ਼ਾਰੀ ਆ, ਆਈ ਐਮ ਟੋਟਲੀ ਡਿਸਗਸਟਡ। ਆਈ ਡੋਂਟ ਬੀ ਅ ਪਾਰਟ ਆਫ ਦਿਸ, ਕਿਉਂਕਿ ਲੋਕੀ ਵੀ ਵੇਖ ਰਿਹਾ ਵੀ ਆ ਕੀ ਹੋ ਰਿਹਾ ਵਾ। ਜਿਹੜੀਆਂ ਉਹ ਗਰੰਟੀਆਂ ਦੇ ਰਹੇ ਆ, ਇਹ ਪਿਛਲੀ ਵਾਰੀ ਮੈਂ ਮੈਨੀਫੈਸਟੋ ਬਣਾਉਣ ਵਾਸਤੇ ਅਸੀਂ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਤੋਂ ਪੁੱਛ ਕੇ ਅਸੀਂ ਇਹੋ ਹੀ ਮੈਨੀਫੈਸਟੋ 'ਚ ਬਣਾਇਆ ਸੀ। ਇਹੋ ਕਰੀਬ ਉਹੋ ਜਿਹੀਆਂ ਹੀ ਗਰੰਟੀਆਂ ਹੁਣ ਆਪ ਦੇ ਰਹੇ ਆ। ਔਰ ਹੁਣ ਅਫਸੋਸ ਇਹ ਆ ਵੀ ਦਿੱਲੀ ਵਾਲੇ ਆ ਕੇ ਦੇ ਰਹੇ ਆ, ਪੰਜਾਬ ਵਾਲੇ ਕੀ ਕੈਪੇਬਲ ਨਹੀਂ ਹੈ ਗਰੰਟੀਆਂ ਦੇਣ ਦੇ। ਸੋ ਇੱਕ ਤੇ ਮੈਂ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਤੋਂ ਅੱਗੇ ਵੀ ਮੈਨੂੰ 4 ਸਾਲ ਤੋਂ ਮੈਂ ਪਾਸੇ ਹੀ ਹਾਂ, ਪਰ ਮੈਂ ਹੁਣ ਬਿਲਕੁਲ ਅਫੀਸ਼ੀਅਲੀ ਪਾਸੇ ਹੋਣਾ ਚਾਹੁੰਦਾ ਹਾਂ। ਦੂਸਰਾ, ਮੈਂ ਦੂਜੀ ਕੋਈ ਪਾਰਟੀ ਪਿਛਲੇ ਦੇ, ਕਿਉਂਕਿ 1-2 ਵਾਰੀ ਮੈਂ ਕਿਸੇ ਹੋਰ ਪਾਰਟੀ ਦੇ ਲੀਡਰ ਦੇ ਨਾਲ ਵੇਖਿਆ ਗਿਆ ਤੇ ਉਹਨਾਂ ਨੇ ਸੋਚਿਆ ਮੈਂ ਕਾਂਗਰਸ ਜਾ ਰਿਹਾ। ਔਰ ਸਾਰੀਆਂ ਅਟਕਣਾਂ ਲੋਕੀ ਸ਼ਾਇਦ ਇਸ ਤੋਂ ਉੱਤੇ ਸੋਚ ਨਹੀਂ ਸਕਦੇ, ਜਾਂ ਕੋਈ ਸੋਚ ਰਹੇ ਸੀ ਵੀ ਮੈਂ ਦੂਜੀ ਤੀਜੀ ਪਾਰਟੀ ਚਲਾ ਜਾਊਂਗਾ, ਕੋਈ ਨਵੀਂ ਪਾਰਟੀ ਬਣ ਰਹੀ ਹੈ ਉਹਦੇ 'ਚ ਮੈਂ ਚਲਾ ਜਾਊਂਗਾ। ਸੋ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਵਾਂ ਕਿ ਮੈਂ ਵਿਚਾਰਧਾਰਾ ਨਾਲ ਜੁੜ ਕੇ ਇਸ ਪਾਰਟੀ ਨਾਲ ਜੁੜਿਆ ਸੀ, ਔਰ ਅਸੀਂ ਪੰਜਾਬ ਨੂੰ ਇੱਕ ਤਰੀਕੇ ਨਾਲ ਨੁਹਾਰ ਪੰਜਾਬ ਦੀ ਬਦਲਣ ਵਾਸਤੇ ਅਸੀਂ ਆਏ ਸੀਗੇ, ਤੇ ਅਸੀਂ ਪਾਰਟੀਆਂ ਬਦਲਣ ਵਾਸਤੇ ਨਹੀਂ ਸੀ ਆਏ। ਸੋ ਮੈਂ ਕਿਸੇ ਰਵਾਇਤੀ ਪਾਰਟੀ ਦੇ ਵਿੱਚ ਜੁਆਇਨ ਨਹੀਂ ਕਰ ਰਿਹਾ, ਇਹ ਵੀ ਮੈਂ ਕਲੀਅਰ ਕਰਨਾ ਚਾਹੁੰਦਾ। ਔਰ ਜੇ ਕੋਈ ਚੰਗਾ ਆਲਟਰਨੇਟ ਬਣਦਾ ਤੇ ਮੈਂ ਉਹਦੇ ਬਾਰੇ ਸੋਚ ਸਕਦਾ ਸੀ, ਪਰ ਹੁਣ ਤੇ 1 ਮਹੀਨਾ ਰਹਿ ਗਿਆ, ਹੁਣ ਕੀ ਬਣਨਾ ਵਾ। ਸੋ ਇਸ ਕਰਕੇ ਮੈਂ ਅਗਲੀ ਇਲੈਕਸ਼ਨ ਨਹੀਂ ਲੜ ਰਿਹਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵਾਪਸੀ ਕਰ ਰਹੇ ਨੇ ਦੁਬਾਰਾ ਤੋਂ ਇੱਕ ਨਵੀਂ ਪਾਰਟੀ ਦੇ ਨਾਲ, ਔਰ ਉਹ ਵੀ ਕਹਿ ਰਹੇ ਨੇ ਕਿ ਸਿਆਸਤ ਨੂੰ ਬਦਲ ਕੇ ਰੱਖ ਦਿਆਂਗਾ, ਇਸ ਤਰ੍ਹਾਂ ਦੀ ਉਹ ਗੱਲਾਂ ਕਰ ਰਹੇ ਨੇ। ਬੀਜੇਪੀ ਦੇ ਨਾਲ ਉਹ ਕਹਿੰਦੇ ਨੇ ਸੀਟ ਨੂੰ ਲੈ ਕੇ ਸ਼ੇਅਰਿੰਗ ਕਰਕੇ ਆਊਂਗਾ, ਕਿਉਂਕਿ ਹੁਣ ਕਿਸਾਨੀ ਮਸਲਾ ਹੱਲ ਹੋ ਗਿਆ। ਦੇਖੋ, ਹਾਲੀ ਉਹਨਾਂ ਦੀ ਪਾਰਟੀ ਇਨ ਮੇਕਿੰਗ ਆ, ਮੈਂ ਉਹਦੇ 'ਤੇ ਬਹੁਤੀ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਕਿਉਂਕਿ ਉਹਨਾਂ ਨੇ ਕੁਝ ਜਿਹੜੀਆਂ ਅੱਗੇ ਰਵਾਇਤੀ ਪਾਰਟੀਆਂ ਉਹਨਾਂ ਨਾਲ ਉਹਨਾਂ ਦਾ ਗੱਠਜੋੜ ਹੋ ਰਿਹਾ ਵਾ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ, ਔਰ ਉਹਨਾਂ ਨੇ ਤਾਂ ਅੱਗੇ 2 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਆ। ਸੋ ਇਸ ਕਰਕੇ ਪਤਾ ਨਹੀਂ ਉਹ ਕੀ ਬਦਲ ਲਿਆਉਣਾ ਚਾਹੁੰਦੇ ਆ, ਪਰ ਮੇਰੇ ਨਿਗਾਹ ਦੇ ਵਿੱਚ ਇਹ ਜਿਹੜਾ ਗੱਠਜੋੜ ਇਕੱਠਾ ਹੋ ਰਿਹਾ ਵਾ, ਇਹ ਕੋਈ ਪੰਜਾਬ ਦੇ ਵਿੱਚ ਇਹੋ ਜਿਹਾ ਬਦਲ ਲਿਆ ਨਹੀਂ ਸਕਦਾ ਜਿਹੋ ਜਿਹੀ ਪੰਜਾਬ ਨੂੰ ਲੋੜ ਹੈ। ਯਾਨੀ ਇਸ ਗੱਠਜੋੜ ਦਾ ਵੀ ਤੁਸੀਂ ਹਿੱਸਾ ਨਹੀਂ ਰਹੋਗੇ? ਨਹੀਂ ਜੀ, ਮੈਂ ਕਿਹਾ ਵੀ ਕੋਈ ਵੀ ਰਵਾਇਤੀ ਪਾਰਟੀਆਂ ਜਾਂ ਰਵਾਇਤੀ ਲੀਡਰ ਜਿਹੜੇ ਪਹਿਲਾਂ ਪੰਜਾਬ ਨੂੰ, ਜਿਨ੍ਹਾਂ ਨੂੰ ਪੰਜਾਬ ਨੇ ਪਰਖ ਲਿਆ ਵਾ, ਮੈਂ ਉਹਨਾਂ ਦਾ ਹਿੱਸਾ ਨਹੀਂ ਬਣ ਸਕਦਾ। ਲੇਕਿਨ ਸੰਧੂ ਸਾਹਿਬ, ਫਿਰ ਨਵੀਂ ਪਾਰਟੀ ਕਿਹੜੀ, ਕਿਸ ਦੀ ਉਡੀਕ ਕਰ ਰਹੇ ਹੋ ਤੁਸੀਂ? ਕਿਉਂਕਿ ਜਿਹੜੇ ਇਹ ਗੱਲਾਂ ਕਰਦੇ ਸੀ ਆਪ ਮੁਖਤਿਆਰੀ ਵਾਲੀ, ਅਗਰ ਆਪਾਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈਏ, ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰ ਲਈਏ, ਆਪਣੀ ਪਾਰਟੀ ਬਣਾ ਲਈ, ਔਰ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਬੀਜੇਪੀ ਨਾਲ ਉਹਨਾਂ ਦਾ ਗੱਠਜੋੜ ਵੀ ਹੋ ਸਕਦਾ। ਇਸ ਤਰ੍ਹਾਂ ਦੀ ਕਿਆਸ ਰਾਈਆਂ ਵੀ ਸ਼ੁਰੂ ਹੋ ਚੁੱਕੀਆਂ ਨੇ। ਹੋਰ ਕਈ ਵੱਡੇ ਲੀਡਰ, ਜਗਮੀਤ ਸਿੰਘ ਬਰਾੜ, ਉਹ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਗੱਲ ਕਰਦੇ ਸੀ, ਲੇਕਿਨ ਉਹ ਅਕਾਲੀ ਦਲ ਦਾ ਹਿੱਸਾ ਹੋ ਗਏ। ਯਾਨੀ ਘੁੰਮ ਫਿਰ ਕੇ ਲੀਡਰ ਜਿਹੜੇ ਨੇ ਉਹ ਇन्हीं ਪਾਰਟੀਆਂ ਦਾ ਹਿੱਸਾ ਬਣਦੇ ਹੋਏ ਨਜ਼ਰ ਆਉਂਦੇ ਨੇ। ਦੇਖੋ, ਇਹ ਸਾਰੇ ਜਿਹੜੇ ਲੀਡਰ ਆ ਬੜੇ ਸਤਿਕਾਰਯੋਗ ਲੋਕ ਨੇ, ਮੇਰਾ ਉਹਨਾਂ 'ਤੇ ਟਿੱਪਣੀ ਕਰਨੀ ਸਹੀ ਨਹੀਂ ਲੱਗੂਗਾ। ਦੇ ਆਰ ਆਲ ਵੈਰੀ ਆਨਰੇਬਲ ਪੀਪਲ। ਲੇਕਿਨ ਮੈਂ ਇਸ ਤਰ੍ਹਾਂ ਦੀ ਸਿਆਸਤ, ਜਿਹੋ ਜਿਹੀ ਗੱਲ ਤੁਸੀਂ ਗਣਾਈ ਆ, ਮੈਂ ਉਹਦਾ ਹਿੱਸਾ ਕਦੀ ਨਹੀਂ ਬਣ ਸਕਦਾ। ਔਰ ਜੇ ਕੋਈ ਜ਼ਰੂਰੀ ਨਹੀਂ ਹੁੰਦਾ, ਜ਼ਿੰਦਗੀ ਜਿਹੜੀ ਆ ਸਿਰਫ ਸਿਆਸਤ ਨਾਲ ਜੁੜੀ ਨਹੀਂ ਗੀ, ਆਪਾਂ ਪੱਤਰਕਾਰੀ ਵੀ ਕਰਦੇ ਹਾਂ, ਪੱਤਰਕਾਰੀ ਨਾਲ ਵੀ ਜ਼ਿੰਦਗੀ ਜੁੜੀ ਆ, ਸਮਾਜ ਸੇਵਾ ਨਾਲ ਵੀ ਜੁੜੀ ਹੋਈ ਆ। ਸੋ ਕੋਈ ਜ਼ਰੂਰੀ ਨਹੀਂ, ਜੇ ਕੋਈ ਇਹੋ ਜਿਹਾ ਬਦਲ ਨਹੀਂ ਆਉਂਦਾ ਜਿਹਦੇ 'ਚ ਆਪਾਂ ਕੰਫਰਟੇਬਲ ਫੀਲ ਕਰਦੇ ਹਾਂ
ਜਾਂ ਜਿਹਦੇ 'ਚ ਆਪਾਂ ਵਿਚਾਰਧਾਰਕ ਤਰੀਕੇ ਨਾਲ ਜੁੜ ਸਕਦੇ ਹਾਂ ਤੇ ਜ਼ਰੂਰੀ ਆ ਵੀ ਆਪਾਂ ਕੁਛ ਕਰਨਾ ਵਾ, ਘਰ ਬਹਿ ਜਾਾਂਗੇ ਐਟਲੀਸਟ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰਾਂਗੇ ਸਮਾਜ ਨੂੰ। ਲੇਕਿਨ ਸੰਧੂ ਸਾਹਿਬ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਜਿਸ ਢੰਗ ਦੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤੁਹਾਡੀ ਵੀਡੀਓ ਵੀ ਵਾਇਰਲ ਹੋਈ, ਫੋਟੋਆਂ ਵੀ ਵਾਇਰਲ ਹੋਈਆਂ, ਇੱਕ ਗੱਡੀ ਦੇ ਵਿੱਚ ਤੁਸੀਂ ਨਜ਼ਰ ਵੀ ਆਏ। ਹੁਣ ਇਹ ਗੱਲਾਂ ਚੱਲ ਰਹੀਆਂ ਨੇ ਕਿ ਉੱਥੇ ਦਾਲ ਗਲਦੀ ਨਜ਼ਰ ਨਹੀਂ ਆਈ, ਇਸ ਕਰਕੇ ਕਾਂਗਰਸ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੋਏ ਕਿਉਂਕਿ ਖਰੜ ਹਲਕੇ ਤੋਂ ਉਹ ਟਿਕਟ ਦੇਣ ਦੀ ਗੁੰਜਾਇਸ਼ ਨਹੀਂ ਰੱਖਦੇ। ਨਹੀਂ, ਮੈਂ ਇਹਦੇ 'ਤੇ ਟਿੱਪਣੀ ਨਹੀਂ ਕਰਨੀ ਕਿਉਂਕਿ ਇਹ ਗੱਲ ਸੱਚਾਈ ਕੋਈ ਨਹੀਂ ਸੀਗੀ। ਇਹ ਤੇ ਗੱਲ ਤਦ ਹੁੰਦੀ ਹੈ ਨਾ ਵੀ ਜੇ ਮੈਂ ਕੋਈ ਉਹਨਾਂ ਨਾਲ ਨੈਗੋਸ਼ੀਏਟ ਕਰ ਰਿਹਾ ਹੁੰਦਾ ਜਾਂ ਉੱਧਰ ਕਰ ਰਿਹਾ ਹੁੰਦਾ। ਬਾਕੀ ਜੋ ਹਕੀਕਤ ਹੈ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ। ਆਹ ਤੇ ਗੱਲਾਂ ਹੋਈਆਂ ਹੀ ਨਹੀਂ ਕਦੀ, ਤੇ ਇਹਦੇ ਤੇ ਐਵੇਂ ਲੋਕੀ ਅਟਕਲਾਂ ਲਾਈ ਜਾਣ। ਚਰਨਜੀਤ ਸਿੰਘ ਚੰਨੀ ਖਰੜ ਦੇ ਰਹਿਣ ਵਾਲੇ ਆ, ਮੈਂ ਉਹਨਾਂ ਨੂੰ ਘੱਟੋ ਘੱਟ ਵੀ ਪਿਛਲੇ 30 ਸਾਲ ਤੋਂ ਜਾਣਦਾ ਵਾਂ, 25 ਸਾਲ ਤੋਂ ਜਾਣਦਾ ਵਾਂ। ਉਹ ਮੁੱਖ ਮੰਤਰੀ ਨੇ 26 ਤਰੀਕ ਨੂੰ 26 ਤਰੀਕ ਸੀ ਜਾਂ ਕਿਹੜੀ ਤਰੀਕ ਸੀਗੀ, ਉਦੋਂ ਮੇਰੇ ਹਲਕੇ 'ਚ ਆਏ। ਇੱਕ ਮੁੱਖ ਮੰਤਰੀ ਮੇਰੇ ਹਲਕੇ 'ਚ ਆਵਾਂ ਤੇ ਮੈਂ ਨਾ ਜਾਵਾਂ ਉਹਨਾਂ ਦੇ ਨਾਲ, ਕਿਵੇਂ ਹੋ ਸਕਦਾ ਹੈ? ਇਹ ਤੇ ਅਹੁਦੇ ਦੀ ਇਨਸਲਟ ਹੈ ਨਾ। ਸੋ ਇਹੋ ਜਿਹੀਆਂ ਗੱਲਾਂ ਤੋਂ ਉਹਨਾਂ ਨੇ ਲਾ ਲਿਆ, ਅਟਕਲਾਂ ਲਾ ਲਈਆਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਵਾਂ ਵੀ ਮੇਰੇ ਕੋਲ ਸਿਰਫ ਇੱਕ ਨਹੀਂ, ਮੋਰ ਦੈਨ ਵਨ ਆਪਸ਼ਨ ਸੀ ਔਰ ਅੱਜ ਵੀ ਹੈ। ਲੇਕਿਨ ਮੈਂ ਕਲੀਅਰ ਕਰਨਾ ਚਾਹੁੰਦਾ, ਆਈ ਡੋਂਟ ਵਾਂਟ ਟੂ ਅਵੇਲ ਥੀਸ ਆਪਸ਼ਨਸ ਬਿਕੋਜ਼ ਆਈ ਵਾਂਟ ਟੂ ਬੀ ਟਰੂ ਟੂ ਮਾਈ ਸੈਲਫ। ਵਿਨੀਤ, ਪਤਾ ਨਹੀਂ ਤੁਹਾਨੂੰ ਮੇਰੇ ਬਾਰੇ ਪਤਾ ਕਿ ਨਹੀਂ ਪਤਾ, ਮੈਂ ਜਰਨਲਿਜ਼ਮ ਵੀ ਆਪਣੀ ਟਰਮਸ 'ਤੇ ਕੀਤੀ ਹੈ, ਰਾਈਟ। ਸੋ ਇਸ ਉਮਰ ਦੇ ਵਿੱਚ 66 ਈਅਰਸ ਓਲਡ, 66 ਸਾਲ ਦੀ ਉਮਰ ਦੇ ਵਿੱਚ ਹੁਣ ਕੀ ਕਰਨਾ ਆਪਾਂ? ਚਲੋ, ਰਾਜਨੀਤੀ ਦੇ ਵਿੱਚ ਤੇ ਨਹੀਂ ਸਹੀ, ਕਿਆ ਕਲਮ ਰਾਹੀਂ ਇਸ ਰਾਜਨੀਤੀ ਦੇ ਪਹਿਲੂਆਂ ਨੂੰ ਐਕਸਪੋਜ਼ ਕਰਦੇ ਰਹੋ? ਬਿਲਕੁਲ ਬਿਲਕੁਲ ਕਰਾਂਗੇ ਜੀ। ਮੈਂ ਜਰਨਲਿਜ਼ਮ ਥੋੜ੍ਹਾ ਬਹੁਤ ਅੱਗੇ ਵੀ ਐਕਟਿਵ ਸੀਗਾ ਔਰ ਅੱਗੇ ਤੋਂ ਵੀ ਮੈਂ ਐਕਟਿਵ ਰਹੂੰਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਆਪਣੇ ਤਰੀਕੇ ਦੇ ਨਾਲ ਜਰਨਲਿਜ਼ਮ 'ਚ ਵੀ ਐਕਟਿਵ ਰਹੂੰਗਾ, ਪਬਲਿਕ ਲਾਈਫ 'ਚ ਵੀ ਐਕਟਿਵ ਰਹੂੰਗਾ, ਸੋਸ਼ਲ ਲਾਈਫ ਦੇ ਵਿੱਚ ਵੀ ਮੈਂ ਐਕਟਿਵ ਰਹੂੰਗਾ ਜਿੰਨਾ ਚਿਰ ਤੱਕ ਮੈਂ ਸਾਹ ਲੈਣਾ ਵਾਂ। ਬਾਕੀ ਮੈਂ ਇਸ ਮੌਕੇ 'ਤੇ ਸਿਰਫ ਇਹੋ ਹੀ ਕਹੂੰਗਾ, ਮੈਨੂੰ ਹੁਣ ਐਗਜ਼ੈਕਟਲੀ ਸ਼ੇਅਰ ਤੇ ਯਾਦ ਨਹੀਂ ਗਾ, ਸਾਹਿਰ ਲੁਧਿਆਣਵੀ ਜੀ ਨੇ ਕਿਹਾ ਸੀਗਾ ਕਿ ਜਦੋਂ ਤੁਸੀਂ ਸਿਸਟਮ ਨੂੰ ਚੇਂਜ ਨਹੀਂ ਕਰ ਸਕਦੇ ਤੇ ਬਿਹਤਰ ਆ ਕਿ ਉਹਦੇ ਨਾਲ ਤੁਸੀਂ ਪਾਸੇ ਹਟ ਜਾਓ। ਮੈਂ ਉਹੀ ਕਰ ਰਿਹਾ। ਲੇਕਿਨ ਇੱਕ ਸਵਾਲ, ਆਖਰੀ ਸਵਾਲ ਚਲਦੇ ਚਲਦੇ ਕਰੂੰਗਾ, ਕਿਉਂਕਿ ਤੁਹਾਡੀ ਪਾਰਟੀ ਦੇ ਕੁਝ ਆਗੂ ਇਹ ਵੀ ਕਹਿੰਦੇ ਨੇ ਕਿ ਕੰਵਰ ਸੰਧੂ ਨੇ ਆਪਣੇ ਹਲਕੇ ਦੀ ਜਿਹੜੀ ਜਨਤਾ ਹੈ, ਜਿਨ੍ਹਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ, ਉਹਨਾਂ ਨਾਲ ਧੋਖਾ ਕੀਤਾ। ਮੈਂ ਆਪਣੇ ਪੂਰੇ ਟਰਮ ਜਿਹੜੀ ਹੈ ਕੰਪਲੀਟ ਕੀਤੀ ਹੈ ਜੀ। ਉਹ ਕਹਿੰਦੇ ਅਗਰ ਕੰਮ ਨਹੀਂ ਹੋ ਰਹੇ ਸੀ ਤੇ ਪਹਿਲਾਂ ਹੀ ਰਿਜ਼ਾਈਨ ਕਰ ਦਿੰਦੇ। ਜਦੋਂ ਪਾਰਟੀ ਨੇ ਤੁਹਾਨੂੰ ਸਸਪੈਂਡ ਕੀਤਾ, ਕਿਉਂ ਵੇਟ ਕੀਤੀ? ਸਸਪੈਂਡ ਹੋ ਗਏ ਸੀ, ਪਾਰਟੀ ਤੋਂ ਕਿਨਾਰਾ ਕਰ ਦਿੰਦੇ। ਅਗਰ ਪਾਰਟੀ ਤੁਹਾਨੂੰ ਤਰਜੀਹ ਨਹੀਂ ਦੇ ਰਹੀ, ਸਰਕਾਰ ਤੁਹਾਨੂੰ ਨਹੀਂ ਪੁੱਛ ਰਹੀ, ਤੇ ਹਲਕੇ ਦੀ ਜਨਤਾ ਨਾਲ ਕਿਉਂ ਵਿਤਕਰਾ ਹੋਇਆ? ਕਿਉਂ ਉਹਨਾਂ ਦੇ ਕੰਮ ਨਹੀਂ ਹੋਣ ਦਿੱਤੇ? ਕੋਈ ਕੰਮ ਨਹੀਂ ਇਹੋ ਜਿਹਾ ਰੁਕਿਆ। ਮੈਂ ਇਕੱਲਾ ਇੱਕੋ ਹੀ ਇੱਕ MLA ਸੀ ਅੱਜ ਤੱਕ ਦੀ ਖਰੜ ਦੀ ਹਿਸਟਰੀ ਦੇ ਵਿੱਚ, ਜਿਹਦਾ ਇੱਕ ਖਰੜ ਦੇ ਵਿੱਚ ਆਫਿਸ ਸੀ, ਜਿਹੜਾ 2 ਦਿਨ ਹਫ਼ਤੇ ਦੇ 'ਚ ਅਟੈਂਡ ਹੁੰਦਾ ਸੀ। ਅੱਜ ਤੱਕ ਕਦੀ ਕਿਸੇ ਨੇ ਨਾ ਦਫ਼ਤਰ ਬਣਾਇਆ, ਨਾ ਉਸ ਦਫ਼ਤਰ 'ਚੋਂ ਫੰਕਸ਼ਨਿੰਗ ਕੀਤੀ। ਔਰ ਬਹੁਤ ਸਾਰੇ ਜਿਹੜੇ ਮਸਲੇ, ਇੱਕ ਰੀਜ਼ਨ ਇਹ ਵੀ ਸੀ ਮੈਂ ਜਦੋਂ ਚਰਨਜੀਤ ਸਿੰਘ ਚੰਨੀ ਨਾਲ ਉਹਦੇ ਨਾਲ ਸੀਗਾ, ਕਿਉਂਕਿ ਜਿਹੜੇ ਉਹਨਾਂ ਨੇ ਉਹਦੇ ਉਦਘਾਟਨ ਕੀਤੇ ਆ, ਜਿਹੜੇ ਨੀਂਹ ਪੱਥਰ ਰੱਖੇ ਆ, ਇਹ ਮਸਲੇ ਮੈਂ ਵਿਧਾਨ ਸਭਾ 'ਚ ਔਰ ਵਿਧਾਨ ਸਭਾ ਤੋਂ ਬਾਹਰ ਕਈ ਸਾਲਾਂ ਤੋਂ ਚੁੱਕਦਾ ਰਿਹਾ ਵਾਂ। ਸੋ ਮੈਂ ਆਪਣਾ, ਜੇ ਮੈਂ ਪਹਿਲਾਂ ਰਿਜ਼ਾਈਨ ਕਰ ਦਿੰਦਾ ਤੇ ਦੁਬਾਰਾ ਇਲੈਕਸ਼ਨ ਹੋਣੀ ਸੀ ਖਰੜ ਦੇ ਵਿੱਚ, ਉਹ ਖਰੜ ਦੇ ਲੋਕਾਂ ਨਾਲ ਧੋਖਾ ਹੋਣਾ ਸੀਗਾ। ਸੋ ਮੈਂ ਆਪਣੇ ਤਰੀਕੇ ਨਾਲ ਜੋ ਮੈਨੂੰ ਸਹੀ ਲੱਗਾ ਮੈਂ ਉਹ ਕੀਤਾ। ਲੇਕਿਨ ਕੁਝ ਲੋਕਾਂ ਨੂੰ ਜੇ ਲੱਗਦਾ ਵਾ ਵੀ ਮੈਂ ਗਲਤ ਕੀਤਾ, ਮੈਂ ਹਲਕੇ ਨਾਲ ਧੋਖਾ ਕੀਤਾ, ਮੈਂ ਲੋਕਾਂ ਨਾਲ ਧੋਖਾ ਕੀਤਾ, ਤੇ ਉਹ ਇਹ ਲੋਕਾਂ ਦੀ ਮਰਜ਼ੀ ਹੈ, ਜੋ ਮਰਜ਼ੀ ਕਹੀ ਜਾਣ। ਲੋਕਤੰਤਰ ਹੈ ਤੇ ਹਰ ਬੰਦਾ ਉਹ ਗੱਲ ਕਹਿ ਸਕਦਾ। ਪਰ ਮੈਂ ਜੋ ਮੇਰੇ ਨਾਲ ਸਾਡੇ ਥੋੜ੍ਹੀ ਨਹੀਂ, ਸਾਡੇ ਇੱਕ ਟ੍ਰੈਜਡੀ ਵੀ ਸੀ, ਉਹਦੇ ਬਾਵਜੂਦ ਹੀ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ। ਥੈਂਕ ਯੂ। ਸੰਧੂ ਸਾਹਿਬ, ਚਲਦੇ ਚਲਦੇ ਜਿਸ ਢੰਗ ਦੀ ਤੁਸੀਂ ਗੱਲ ਕੀਤੀ ਹੈ ਮਸਲਿਆਂ ਦੀ, ਹੁਣ ਵੱਡੇ ਮਸਲੇ ਉੱਭਰ ਕੇ ਸਾਹਮਣੇ ਆ ਰਹੇ ਨੇ ਮਾਫੀਆ ਰਾਜ ਨੂੰ ਖਤਮ ਕਰਨ ਦੇ। ਕਹਿੰਦੇ ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਡਰੱਗ ਮਾਫੀਆ, ਇਹ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤੇ ਗਏ ਨੇ ਪੰਜਾਬ 'ਚ। ਦੇਖੋ, ਕੇਬਲ ਮਾਫੀਆ ਦੀ ਅੱਜ ਗੱਲ ਕਰਦੇ ਆ। ਪੰਜਾਬ ਦੇ ਵਿੱਚ ਇੱਕ ਸ਼ਖਸ ਗਿਣਾ ਦਿਓ ਜਿਹਨੇ ਕੇਬਲ ਮਾਫੀਆ ਦੀ ਲੜਾਈ ਲੜੀ ਹੈ। ਮੈਂ ਇਕੱਲਾ ਹੀ ਸੀ ਜਿਹਨੇ ਲੜੀ ਹੈ, ਹੋਰ ਕੋਈ ਨਹੀਂ ਬੋਲਿਆ। ਮੇਰੇ ਖਿਲਾਫ ਕੇਬਲ ਮਾਫੀਆ ਦੇ ਖਿਲਾਫ ਮੈਂ ਹਾਈ ਕੋਰਟ ਵੀ ਗਿਆ, ਮੈਂ ਕੇਂਦਰ ਤੱਕ ਵੀ ਗਿਆ, ਮੈਂ TD SAT ਵੀ ਗਿਆ, ਮੈਂ ਕੰਪੀਟੀਸ਼ਨ ਕਮਿਸ਼ਨ ਕੋਲ ਵੀ ਗਿਆ। ਮੇਰੇ ਖਿਲਾਫ ਉਹਨਾਂ ਨੇ, ਕੇਬਲ ਮਾਫੀਆ ਨੇ, ਮੈਂ ਉਹਨਾਂ ਨੂੰ ਕੇਬਲ ਮਾਫੀਆ ਕਿਹਾ, ਉਹਨਾਂ ਨੇ ਮੇਰੇ ਖਿਲਾਫ ਮਾਨਹਾਨੀ ਡੈਫੇਮੇਸ਼ਨ ਦਾ ਕੇਸ ਵੀ ਕੀਤਾ ਜਿਹੜਾ ਮੈਂ ਜਿੱਤਿਆ। ਸੋ ਮੈਂ ਇਕੱਲਾ ਹੀ ਸੀ ਜਿਹੜਾ ਲੜਿਆ, ਹੋਰ ਕੋਈ ਨਹੀਂ ਸੀ ਬੋਲਿਆ, ਰਾਈਟ। ਹੁਣ ਇਲੈਕਸ਼ਨਾਂ ਦੇ ਨੇੜੇ ਆ ਕੇ ਕਹਿ ਰਹੇ ਜੀ ਵੀ ਅਸੀਂ ਕੇਬਲ ਮਾਫੀਆ ਖਤਮ ਕਰ ਦੇਣਾ ਵਾ। ਹੁਣ ਕੀ ਖਤਮ ਕਰਨਾ? ਹੁਣ ਤਾਂ ਇਲੈਕਸ਼ਨਾਂ ਵਾ। ਲੇਕਿਨ 100 ਰੁਪਏ ਰੇਟ ਜਿਹੜੇ ਕੀਤੇ ਨੇ ਕਿ 100 ਰੁਪਏ ਹੀ ਕਿਰਾਇਆ ਦਿਓ, ਤੁਸੀਂ ਵੱਧ ਕਿਰਾਇਆ ਨਾ ਦਿਓ, ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਹੋ ਰਹੀਆਂ, ਉਹ ਹੋ ਹੀ ਨਹੀਂ ਸਕਦਾ। ਜਿਹੜਾ ਟਰਾਈ ਨੇ ਫਿਕਸ ਕੀਤਾ ਵਾ ਰੇਟ, ਉਹ ਸ਼ਾਇਦ 130 ਕਿ 35 ਰੁਪਏ ਫਿਕਸ ਕੀਤਾ ਵਾ। ਉਸ ਤੋਂ ਘੱਟ ਤਾਂ ਤੁਸੀਂ ਕਰ ਹੀ ਨਹੀਂ ਸਕਦੇ। ਤੁਹਾਨੂੰ 30 ਰੁਪਏ ਹਰ ਕੇਬਲ ਕਨੈਕਸ਼ਨ 'ਤੇ ਆਪਣੇ ਕੋਲੋਂ ਦੇਣੇ ਪੈਣੇ ਤੁਹਾਨੂੰ। ਸੋ ਇਹ ਗੱਲਾਂ ਬਿਨਾਂ ਸੋਚੇ ਸਮਝੇ ਤੁਸੀਂ ਅਨਾਊਂਸਮੈਂਟ ਕਰ ਦਿਓ।
ਜਿਹੜੇ ਕੇਬਲ ਆਪਰੇਟਰ ਆ ਉਹਨਾਂ ਦਾ ਕੋਈ ਕਸੂਰ ਨਹੀਂ, ਮਾਫੀਆ ਨੂੰ ਖਤਮ ਕਰਨ ਦੀ ਲੋੜ ਆ। ਔਰ ਮਾਫੀਆ ਨਾਲ ਤੇ ਹੁਣ ਤੱਕ ਸਮਝੌਤੇ ਹੁੰਦੇ ਰਹੇ ਆ, ਤੇ ਹੁਣ ਸਡਨਲੀ ਕਿੱਥੋਂ ਖਤਮ ਕਰ ਦੇਣ? ਜੇ ਖਤਮ ਕਰ ਦੇਣਗੇ ਤਾਂ ਬਹੁਤ ਚੰਗੀ ਗੱਲ ਹੈ। ਬਾਕੀ ਰੇਤ ਮਾਫੀਆ, ਬਜਰੀ ਮਾਫੀਆ ਮੇਰੇ ਹਲਕੇ ਦੇ ਵਿੱਚ ਪਿਛਲੇ 10 ਸਾਲਾਂ ਤੋਂ ਸਰਗਰਮ ਆ। ਮੈਂ ਇਕੱਲਾ ਹੀ ਸੀ ਬੰਦਾ ਜਿਹਨੂੰ ਆਫਰਸ ਵੀ ਆਈਆਂ, ਮੈਂ ਉਹਨਾਂ ਦੇ ਖਿਲਾਫ ਲਗਾਤਾਰ ਲੜਾਈ ਕਰਦੇ ਰਿਹਾ, ਧਰਨੇ ਅਸੀਂ ਦਿੰਦੇ ਰਹੇ ਹਾਂ। ਔਰ ਪਤਾ ਨਹੀਂ ਕਿੰਨੀ ਵਾਰੀ ਅਸੀਂ ਬੰਦ ਕਰਾਇਆ, ਲੇਕਿਨ ਉਹਦੇ 'ਚ ਕਿਉਂਕਿ ਮਿਲੀ ਭੁਗਤ ਸੀਗੀ, ਉਹ ਫਿਰ ਦੁਬਾਰਾ ਚੱਲਦਾ ਕੋਈ ਠੱਲ ਪਈ ਹੈ? ਕਹਿੰਦੇ 5.5 ਰੁਪਏ ਰੇਤਾ ਕਰਤਾ, ਨਹਿਰ ਤੋਂ ਰੇਤਾ ਚੱਕੋਗੇ ਤੇ 5.5 ਰੁਪਏ ਕੀਮਤ ਦੇਣੀ ਪਊਗੀ ਤੁਹਾਨੂੰ, ਉਸ ਤੋਂ ਜ਼ਿਆਦਾ ਕੋਈ ਲੈਂਦਾ ਤੇ ਕਾਰਵਾਈ ਹੋਊ। ਮੈਨੂੰ ਹੁਣ ਤੇ ਜੀ ਜਾਣਕਾਰੀ ਇਹਦੇ ਬਾਰੇ ਨਹੀਂ ਹੈ, ਕਿਉਂਕਿ ਮੈਂ ਪਿਛਲੇ ਹਫਤੇ 10 ਦਿਨ ਤੋਂ ਪਤਾ ਵੀ ਨਹੀਂ ਕੀਤਾ, ਟੂ ਬੀ ਆਨੈਸਟ ਵਿਦ ਯੂ। ਪਰ ਜੋ ਖਬਰਾਂ ਆ ਰਹੀਆਂ ਵਾਂ ਕਿ ਹਾਲੀ ਇਹ ਕਹਿ ਤਾਂ ਰਹੇ ਆ ਵੀ 5.5 ਰੁਪਏ ਪਰ ਕਿਊਬਿਕ ਫੁੱਟ ਦਾ ਰੇਟ ਆ, ਪਰ ਅਸਲੀਅਤ ਦੇ ਵਿੱਚ ਪਤਾ ਨਹੀਂ 15 ਤੋਂ 18 ਜਾਂ 20 ਰੁਪਏ 25 ਰੁਪਏ ਵੀ ਦਿੱਤਾ ਜਾ ਰਿਹਾ। ਸੋ ਪਤਾ ਨਹੀਂ ਅਸਲੀਅਤ ਕੀ ਹੈ, ਇਹ ਮੇਰੇ ਖਿਆਲ ਤੁਹਾਡੀ ਡਿਊਟੀ ਹੈ ਵੀ ਤੁਸੀਂ ਜਾ ਕੇ ਪਤਾ ਕਰੋ। ਚਲੋ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ। ਬਿਲਕੁਲ ਦੇਖੋ ਕੰਵਰ ਸੰਧੂ ਜਿਹੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਫਿਲਹਾਲ ਉਹ ਕਿਸੇ ਵੀ ਰਿਵਾਇਤੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ, ਕਿਉਂਕਿ ਰਿਵਾਇਤੀ ਪਾਰਟੀਆਂ ਦੀ ਜਿਹੜੀ ਸਿਆਸਤ ਹੈ ਉਹ ਉਸ ਤੋਂ ਕਿਨਾਰਾ ਕਰ ਰਹੇ ਨੇ, ਕਿਉਂਕਿ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਬਲਕਿ ਉਸੇ ਸਿਸਟਮ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਢੰਗ ਦੇ ਨਾਲ ਇਹਨਾਂ ਦਾ ਇਲੈਕਟਰਲ ਪੋਲਿਟਿਕਸ ਨੂੰ ਛੱਡਣਾ, ਜਿਹੜੇ ਇਹਨਾਂ ਦੇ ਵਿਰੋਧੀ ਹੈ ਉਹਨਾਂ ਤੋਂ ਕਿਸ ਤਰ੍ਹਾਂ ਦੇ ਤੰਜ ਕੱਸਣ ਦੇ, ਕਿਸ ਤਰ੍ਹਾਂ ਦੀ ਬਿਆਨਬਾਜ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗੀ, ਆ ਇੱਕ ਵੱਡਾ ਸਵਾਲ ਰਹੂਗਾ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ, ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37467। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ। ਐਸੀ ਖੋਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ। 10ਵੀਂ 'ਚ ਸਾਈਕਲ ਮਿਲੂਗੀ ਤੇ ਪੋਸਟ ਮੈਟ੍ਰਿਕ ਐਸੀ ਵਜੀਫਾ ਵੀ। ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਹੀ ਰਹਿ ਗਏ। ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਨੀ ਆ ਦਿੱਤਾ ਮੈਨੂੰ ਇਸ ਸਰਕਾਰ ਨੇ। ਹੁਣ ਨਹੀਂ, ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ, ਐਤਕੀ ਸਬਕ ਸਿਖਾਉਣਾ ਹੈ। ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।